ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੋ। ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੈ ਅੰਚਲ ਲਾਵਹੋ। ਬਿਖਮ ਨਦੀ ਜਾਏ ਤਰਨੀ। ਧੰਨ ਵਾਹਿਗੁਰੂ ਜੀਓ। ਬਿਲਾਵਲ ਰਾਖ ਲੇਹੂ ਹਮ ਤੇ ਬਿਗਰੀ। ਸੀਲ ਧਰਮ ਜਪ ਭਗਤ ਨਾ ਕੀਨੀ। ਹਉ ਅਭਿਮਾਨ ਟੇਢ ਪਗਰੀ। ਰਹਾਉ ਅਮਰ ਜਾਨ ਸੰਚੀ ਇਹ ਕਾਇਆ। ਇਹ ਮਿਥਿਆ ਕਾਚੀ ਗਗਰੀ। ਜਿਨ ਹੈ ਨਿਵਾਜ ਸਾਜ ਹਮ ਕੀਏ। ਤਿਸ ਹੈ ਬਿਸਾਰ ਅਵਰ ਲਗਰੀ। ਸੰਧਿਕ ਤੋਹੇ ਸਾਧ ਨਹੀਂ ਕਹੀਓ। ਸ਼ਰਨ ਪਰੇ ਤੁਮਰੀ ਪਗਰੀ। ਕਹਿ ਕਬੀਰ ਇਹ ਬਿਨਤੀ ਸੁਨਿਓ। ਮਤ ਘਾਲਹੁ ਜਮ ਕੀ ਖਬਰੀ। ਸੰਧਿਕ ਤੋਹੇ ਸਾਧ ਨਹੀਂ ਕਹੀਓ। ਸ਼ਰਨ ਪਰੇ ਤੁਮਰੀ ਪਗਰੀ। ਕਹਿ ਕਬੀਰ ਇਹ ਬਿਨਤੀ ਸੁਨਿਓ। ਮਤ ਘਾਲਹੁ ਜਮ ਕੀ ਖਬਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਸਰੂਪ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਬੜੇ ਸਤਿਕਾਰ ਪ੍ਰੇਮ ਸਹਿਤ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ ਨਿਤਾ ਪ੍ਰਤੀ ਇਹਨਾਂ ਦੀਵਾਨਾਂ ਦੇ ਵਿੱਚ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਲੜੀਵਾਰ ਵਿਚਾਰਨ ਦਾ
ਸੋ ਇਸੇ ਹੀ ਲੜੀ ਤਹਿਤ ਆਪ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਰਾਗ ਬਿਲਾਵਲ ਵਿੱਚੋਂ ਭਗਤ ਕਬੀਰ ਜੀ ਦਾ ਮੁਬਾਰਕ ਸ਼ਬਦ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 856 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਇੱਕ ਮਨੁੱਖ ਉਹ ਹੈ ਜੋ ਕੋਈ ਭੁੱਲ ਕਰਦਾ ਹੈ, ਗਲਤੀ ਕਰਦਾ ਹੈ, ਗੁਨਾਹ ਕਰਦਾ ਹੈ, ਜੁਰਮ ਕਰਦਾ ਹੈ, ਕੋਈ ਔਗਣ ਕਮਾਉਂਦਾ ਹੈ, ਪਰ ਅਜਿਹਾ ਕਰਨ ਤੋਂ ਬਾਅਦ ਵੀ ਉਸ ਨੂੰ ਖੁਦ ਕਦੇ ਇਹ ਮਹਿਸੂਸ ਨਹੀਂ ਹੁੰਦਾ ਕਿ ਮੈਂ ਕੁਝ ਗਲਤ ਕੀਤਾ ਹੈ। ਜਾਨੀ ਉਸ ਦੇ ਅੰਤਰ-ਆਤਮੇ ਵਿੱਚ ਕੋਈ ਹਲਚਲ ਨਹੀਂ ਹੁੰਦੀ, ਉਹਦੇ ਮਨ ਉੱਤੇ ਕੋਈ ਬੋਝ ਨਹੀਂ ਪੈਂਦਾ, ਨਾ ਹੀ ਉਸ ਨੂੰ ਕੁਝ ਮਹਿਸੂਸ ਹੁੰਦਾ ਹੈ, ਫੀਲ ਹੁੰਦਾ ਹੈ ਕਿ ਮੈਂ ਗਲਤ ਰਾਹ 'ਤੇ ਤੁਰਿਆ। ਅਜਿਹਾ ਹੋਣ ਦੇ ਬਾਵਜੂਦ ਵੀ ਜੇ ਕੋਈ ਦੂਸਰਾ ਮਨੁੱਖ ਉਸ ਨੂੰ ਕਹੇ ਕਿ ਤੂੰ ਇਹ ਭੁੱਲ ਕੀਤੀ ਹੈ, ਗਲਤੀ ਕੀਤੀ ਹੈ, ਗੁਨਾਹ, ਪਾਪ, ਜੁਰਮ, ਅਪਰਾਧ ਕੀਤਾ ਹੈ, ਸਗੋਂ ਮੰਨਣ ਦੀ ਬਜਾਏ ਉਹ ਮਨੁੱਖ ਉਲਟਾ ਦੱਸਣ ਵਾਲੇ ਨੂੰ ਦੋਸ਼ੀ ਕਹੇਗਾ, ਗਲਤ ਕਹੇਗਾ ਔਰ ਆਪਣੇ ਆਪ ਦੀ ਸਫਾਈ ਦੇਵੇਗਾ। ਕਹਿਣ ਤੋਂ ਮੁਰਾਦ ਜਿਹੜਾ ਅਪਰਾਧ, ਪਾਪ, ਜੁਰਮ, ਪਾਪ ਕਰਨ ਤੋਂ ਬਾਅਦ ਵੀ ਖੁਦ ਮਹਿਸੂਸ ਨਾ ਕਰੇ, ਪਤਾ ਲੱਗਣ ਉੱਤੇ ਵੀ ਜ਼ਰਾ ਜਿੰਨੀ ਨਮੋਸ਼ੀ ਮਹਿਸੂਸ ਨਾ ਕਰੇ, ਜਿਹਦੇ ਅੰਦਰ ਹਲਚਲ, ਬੇਚੈਨੀ ਨਾ ਹੋਏ, ਮਨ ਅੰਦਰੋਂ ਕੋਈ ਆਵਾਜ਼ ਨਾ ਉੱਠੇ, ਅਜਿਹੀ ਦਸ਼ਾ ਵਾਲੇ ਨੂੰ ਢੀਠ ਕਿਹਾ ਜਾਂਦਾ ਹੈ। ਗੁਰਬਾਣੀ ਨੇ ਉਹਨੂੰ ਆਤਮਕ ਮੌਤ 'ਤੇ ਮਰਿਆ ਹੋਇਆ ਆਖਿਆ, ਕਿਉਂਕਿ ਇੱਕ ਮਰਿਆ ਮਨੁੱਖ ਹੀ ਹਲਚਲ ਨਹੀਂ ਕਰ ਸਕਦਾ, ਹਰਕਤ ਨਹੀਂ ਕਰ ਸਕਦਾ, ਹਿਲ ਜੁਲ ਨਹੀਂ ਸਕਦਾ, ਠੰਡ ਗਰਮੀ ਮਹਿਸੂਸ ਨਹੀਂ ਕਰ ਸਕਦਾ, ਕਿਉਂਕਿ ਉਹਦੇ ਅੰਦਰੋਂ ਮਹਿਸੂਸ ਕਰਨ ਵਾਲੀ ਸੱਤਾ ਖਤਮ ਹੋ ਗਈ ਹੈ। ਇਸੇ ਤਰ੍ਹਾਂ ਦਾ ਉਹ ਮਨੁੱਖ ਹੈ, ਆਤਮਕ ਤਲ ਉੱਤੇ ਮਰਿਆ ਹੋਇਆ, ਜੋ ਔਗਣ ਵੀ ਇਵੇਂ ਕਮਾਉਂਦਾ ਜਿਵੇਂ ਧਰਮ ਕਮਾ ਰਿਹਾ ਹੋਵੇ, ਪਾਪ ਵੀ ਐਵੇਂ ਕਰਦਾ ਜਿਵੇਂ ਪੁੰਨ ਕੀਤਾ ਜਾ ਰਿਹਾ ਹੋਵੇ, ਅਪਰਾਧ ਵੀ ਐਵੇਂ ਕਰਦਾ ਜਿਵੇਂ ਬੜਾ ਭਲਾ ਕੰਮ ਕਰ ਰਿਹਾ ਹੋਵੇ, ਜੁਰਮ ਵੀ ਐਵੇਂ ਕਰਦਾ ਜਿਵੇਂ ਦੂਜਿਆਂ ਦੇ ਲਈ ਪਰਉਪਕਾਰ ਕਰਦਾ ਹੋਵੇ। ਜਾਨੀ ਉਹਨੂੰ ਫਕਰ ਹੁੰਦਾ ਹੈ, ਮਾਣ ਹੁੰਦਾ ਹੈ ਆਪਣੇ ਗੁਨਾਹ, ਪਾਪ, ਔਗਣ, ਅਪਰਾਧ ਉੱਤੇ ਵੀ। ਦੂਸਰਾ ਮਨੁੱਖ ਉਹ ਹੈ ਜਿਸ ਨੂੰ ਉੱਤਮ ਮੰਨਿਆ ਗਿਆ ਹੈ, ਔਰ ਅਜਿਹਾ ਬਣਨ ਵਾਸਤੇ ਹੀ ਸਾਨੂੰ ਸਤਿਗੁਰੂ ਦੀ ਬਾਣੀ 'ਚ ਬਾਰ-ਬਾਰ ਗੁਰੂ ਸਾਹਿਬਾਨ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਆਪਣੇ ਉੱਤੇ ਢੁਕਾ ਕੇ ਬਚਨ ਕਹੇ ਨੇ। ਉਹ ਹੈ ਆਪਣੇ ਔਗਣ ਨੂੰ, ਆਪਣੇ ਗੁਨਾਹ ਨੂੰ, ਆਪਣੇ ਅੰਦਰ ਦੀ ਬੁਰਾਈ ਨੂੰ, ਆਪਣੇ ਅੰਦਰ ਦੀ ਨੈਗੇਟਿਵਿਟੀ ਨੂੰ ਮਹਿਸੂਸ ਕਰਨਾ ਕਿ ਮੈਂ ਇੱਥੇ ਭੁੱਲ ਕਰਦਾ ਹਾਂ, ਗਲਤੀ ਕਰਦਾ ਹਾਂ, ਗੁਨਾਹ ਕਰਦਾ ਹਾਂ, ਪਾਪ ਕਰਦਾ ਹਾਂ। ਜਿਸ ਮਨੁੱਖ ਨੂੰ ਆਪਣੇ ਅੰਦਰ ਪਾਪ ਦੀ ਮੈਲ ਮਹਿਸੂਸ ਹੁੰਦੀ ਹੈ, ਗੁਨਾਹ ਮਹਿਸੂਸ ਹੁੰਦਾ ਹੈ, ਕੁਰਾਹੇ ਪਿਆ ਹੋਇਆ ਮਨੁੱਖ ਜਿਹੜਾ ਖੁਦ ਮਹਿਸੂਸ ਕਰ ਲੈਂਦਾ ਵੀ ਮੈਂ ਕੁਰਾਹ ਪੈਂਦਾ ਹਾਂ, ਗਲਤ ਰਾਹ 'ਤੇ ਤੁਰਦਾ ਹਾਂ, ਸੰਭਾਵਨਾ ਹੈ ਮੇਰੇ ਅੰਦਰ ਵੀ ਮੈਂ ਇਸ ਪਾਸੇ ਤੁਰ ਪਿਆ, ਜਿਹੜਾ ਇਸ ਗੱਲ ਨੂੰ ਮਹਿਸੂਸ ਕਰ ਗਿਆ, ਜਾਣ ਗਿਆ, ਮਹਾਰਾਜ ਕਹਿੰਦੇ ਨੇ ਉਸ ਦੇ ਮੁੜ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ। ਉਹ ਜਿਉਂਦਾ ਮਨੁੱਖ ਹੈ, ਉਹ ਹਰਕਤ ਕਰਦਾ ਹੈ। ਉਹ ਮਾੜਾ ਕਰਮ, ਜਦੋਂ ਮਾੜਾ ਖਿਆਲ ਵੀ ਉਹਦੇ ਅੰਦਰ ਆਉਂਦਾ ਤੇ ਉਹ ਬੇਚੈਨ ਹੁੰਦਾ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਉਹ ਅੰਦਰੋਂ, ਉਹਦੇ ਅੰਦਰ ਜੀਵਤ ਆਤਮਾ ਹੈ, ਉਹਦੇ ਅੰਦਰ ਵਿਵੇਕ ਹੈ, ਧਰਮ ਹੈ, ਸੱਚ ਦੀ ਕਣੀ ਹੈ, ਜਿਹੜੀ ਹਰਕਤ ਕਰਦੀ ਹੈ, ਰਿਐਕਟ ਕਰਦੀ ਹੈ ਵੀ ਇਹ ਗਲਤ ਹੈ, ਅਜਿਹਾ ਗਲਤ ਨਹੀਂ ਹੋਣਾ ਚਾਹੀਦਾ। ਤੇ ਮਹਿਸੂਸ ਕਰਨ ਤੋਂ ਅੱਗੇ ਜਾ ਕੇ ਕੋਈ ਉਸ ਪਰਮੇਸ਼ਰ ਦੇ ਸਾਹਮਣੇ ਹੀ ਅਰਜ਼ੋਈ ਕਰੇ ਵੀ ਵਾਹਿਗੁਰੂ ਅਸੀਂ ਵਿਗੜੇ ਹੋਏ ਹਾਂ, ਭੁੱਲੇ ਹੋਏ ਹਾਂ, ਔਗਣਿਆਰੇ ਹਾਂ, ਗੁਨਾਹਗਾਰ ਹਾਂ, ਕਿਰਪਾ ਕਰੋ ਸਾਨੂੰ ਬਖਸ਼ ਲਓ।
ਮਹਾਰਾਜ ਕਹਿੰਦੇ ਨੇ ਇਹ ਅਸਲ ਪ੍ਰਾਰਥਨਾ, ਇਹ ਹੈ ਅਸਲ ਅਰਦਾਸ, ਇਹ ਹੈ ਅਸਲ ਬੇਨਤੀ ਜਿਹੜੀ ਉਸ ਮਾਲਕ ਵਾਹਿਗੁਰੂ ਦੇ ਸਾਹਮਣੇ ਕੀਤੀ ਜਾਂਦੀ ਹੈ। ਔਰ ਇਹ ਕਰਨ ਵਾਲਾ ਜਿਹੜਾ ਧੁਰ ਅੰਤਰ ਆਤਮੇ ਵਿੱਚੋਂ ਮਹਿਸੂਸ ਕਰਕੇ ਕਰਦਾ, ਜਿਹੜਾ ਨਿੱਜੀ ਤੌਰ 'ਤੇ ਇਸ ਤਰ੍ਹਾਂ ਸਮਰਪਿਤ ਹੋ ਕੇ ਐਕਸੈਪਟ ਕਰਦਾ, ਉਹ ਜਾਗਿਆ ਹੋਇਆ ਪੁਰਖ ਹੈ। ਸਮਝੋ ਉਹਨੂੰ ਇਬਾਦਤ ਦਾ ਰੰਗ ਲੱਗ ਗਿਆ, ਉਹਦਾ ਬੰਦਗੀ ਵਾਲਾ ਪਾਸਾ, ਬੰਦਗੀ ਵਾਲੇ ਰਾਹ ਦੇ ਉੱਤੇ ਸਮਝੋ ਉਹਨੇ ਕਦਮ ਧਰੇ ਹੋਏ ਨੇ। ਜਿਸ ਨੂੰ ਆਪਣੇ ਔਗਣ, ਆਪਣੇ ਗੁਨਾਹ ਬੋਝ ਪ੍ਰਤੀਤ ਹੋਣ ਤੇ ਜਿਹੜਾ ਮਾਲਕ ਵਾਹਿਗੁਰੂ ਦੇ ਕੋਲੋਂ ਇਹ ਮੰਗ ਮੰਗੇ, ਇਹ ਬੇਨਤੀ ਕਰੇ, ਵਾਹਿਗੁਰੂ ਮੇਰੇ ਗੁਨਾਹ ਬਖਸ਼, ਮੇਰੇ ਪਾਪ ਬਖਸ਼, ਮੇਰੇ ਅਪਰਾਧ ਬਖਸ਼, ਮੇਰੇ ਔਗਣ ਦੂਰ ਕਰ, ਮੇਰੀ ਆਤਮਾ ਸ਼ੁੱਧ ਕਰ, ਜਾਣੋ ਉਹ ਬੰਦਗੀ ਦੇ ਰਾਹ ਦੇ ਉੱਤੇ ਹੈ। ਉਸ ਨੂੰ ਬੜੀ ਡੂੰਘਾਈ ਨਾਲ ਆਪਣੇ ਮਨ ਦੇ ਖਿਆਲਾਂ ਦਾ, ਮਨ ਦੀ ਹਰਕਤ ਦਾ, ਮਨ ਦੇ ਸੁਭਾਅ ਦਾ ਗਿਆਨ ਹੋ ਗਿਆ। ਉਹ ਆਪਣੇ ਜੀਵਨ ਦੇ ਅੰਦਰ ਡੂੰਘਾ ਉਤਰ ਗਿਆ। ਬੰਦਗੀ ਦਾ ਕਨਸੈਪਟ ਗੁਰਬਾਣੀ ਦੇ ਵਿੱਚ ਬਹੁਤ ਵਿਸ਼ਾਲ ਤੇ ਡੂੰਘਾ ਹੈ। ਇਹ ਇਕੱਲਾ ਰੱਬ ਰੱਬ ਕਰਨਾ ਹੀ ਬੰਦਗੀ ਨਹੀਂ, ਆਪੇ ਦੀ ਪਛਾਣ ਕਰਨਾ ਬੰਦਗੀ ਹੈ। ਕਿਉਂਕਿ ਪਰਮੇਸ਼ਰ ਨੂੰ ਵੀ ਆਪੇ ਆਪਣੇ ਆਪ ਵਿੱਚੋਂ ਹੀ ਪਾਇਆ ਜਾਣਾ ਹੈ, ਆਪਣੇ ਆਪ ਵਿੱਚੋਂ ਹੀ ਖੋਜਿਆ ਜਾਣਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਤੇ ਜਦੋਂ ਮਨੁੱਖ ਆਪਣੇ ਆਪ ਨੂੰ ਖੋਜਣ ਤੁਰਦਾ ਹੈ, ਆਪਣੇ ਆਪ ਨੂੰ ਜਾਣਨ ਤੁਰਦਾ ਹੈ, ਸਹੀ ਅਰਥਾਂ ਵਿੱਚ ਉਹਨੂੰ ਆਪਣੀ ਪਛਾਣ ਉਦੋਂ ਹੀ ਹੁੰਦੀ ਹੈ ਕਿ ਮੈਂ ਕੀ ਹਾਂ ਤੇ ਮੈਨੂੰ ਕਿਹੋ ਜਿਹਾ ਹੋਣਾ ਚਾਹੀਦਾ। ਸਧਾਰਨ ਉਦਾਹਰਣ ਦਿੰਦਾ, ਅਸੀਂ ਸ਼ੀਸ਼ੇ ਸਾਹਮਣੇ ਜਦੋਂ ਖਲੋਂਦੇ ਹਾਂ, ਜਦੋਂ ਅਸੀਂ ਖ਼ਾਸ ਤੌਰ ਦੇ ਉੱਤੇ ਤਿਆਰ ਹੋਣਾ ਹੋਵੇ, ਦਸਤਾਰ ਸਜਾਉਣੀ ਹੋਵੇ, ਕੱਪੜੇ ਨਵੇਂ ਪਹਿਨਣੇ ਹੋਣ, ਕਿਤੇ ਜਾਣਾ ਹੋਵੇ, ਤਾਂ ਸ਼ੀਸ਼ੇ ਦੀ ਸਹਾਇਤਾ ਲੈ ਕੇ ਅਸੀਂ ਆਪਣੇ ਆਪ ਨੂੰ ਰੈਡੀ ਕਰਦੇ ਹਾਂ, ਤਿਆਰ ਕਰਦੇ ਹਾਂ, ਸਜਾਉਂਦੇ ਹਾਂ, ਆਪਣੀ ਦੇਹ ਨੂੰ ਸਵਾਰਦੇ ਹਾਂ, ਆਪਣੇ ਸਰੀਰ ਨੂੰ। ਸਾਡਾ ਉਸ ਜਗ੍ਹਾ ਦੇ ਉੱਤੇ ਜਿੱਥੇ ਵੀ ਸਾਨੂੰ ਲੱਗੇ ਵੀ ਸਾਨੂੰ ਕੇਸ ਸਵਾਰਨ ਦੀ ਲੋੜ ਹੈ, ਦਸਤਾਰ ਹੋਰ ਸਵਾਰਨ ਦੀ ਲੋੜ ਹੈ, ਪਹਿਨੇ ਹੋਏ ਕੱਪੜੇ ਹੋਰ ਸਵਾਰਨ ਦੀ ਲੋੜ ਹੈ, ਸ਼ਿੰਗਾਰ ਕਰਨ ਵਾਲਾ ਵੇਖਦਾ ਵੀ ਮੇਰਾ ਸ਼ਿੰਗਾਰ ਠੀਕ ਹੈ, ਨਹੀਂ ਹੈ ਤੇ ਮੈਨੂੰ ਜੇ ਇਹਨੂੰ ਹੋਰ ਸਵਾਰਨ ਦੀ ਲੋੜ ਹੈ ਤੇ ਮੈਨੂੰ ਹੋਰ ਸਵਾਰਾਂ। ਉਹ ਆਪਣੇ ਆਪ ਨੂੰ ਜਦੋਂ ਆਪਣੀ ਅੱਖ ਨਾਲ ਵੇਖਦਾ ਹੈ, ਖੁਦ ਜੱਜ ਕਰਦਾ ਹੈ ਕਿ ਹੁਣ ਮੈਂ ਠੀਕ ਹਾਂ। ਜਦੋਂ ਉਹਦੀ ਤਸੱਲੀ ਹੋ ਜਾਂਦੀ, ਉਹ ਕਹਿੰਦਾ ਚਲੋ ਮੈਂ ਤਿਆਰ ਹਾਂ। ਨਹੀਂ ਤਾਂ ਕਈ ਵਾਰ ਹੁੰਦਾ ਬਾਕੀ ਪਰਿਵਾਰ ਦੇ ਜੀ ਤਿਆਰ ਹੋਣਗੇ, ਇੱਕ ਬੰਦਾ ਕਹੇਗਾ ਰੁਕੋ 5 ਮਿੰਟ, ਮੈਨੂੰ ਲੱਗਦਾ ਹੈ ਵੀ ਅਜੇ ਮੈਂ ਪੂਰਾ ਤਿਆਰ ਨਹੀਂ। ਮੈਨੂੰ ਉਹ ਸ਼ੀਸ਼ੇ ਸਾਹਮਣੇ ਜਾ ਖਲੋ ਜਾਂਦਾ, ਦਸਤਾਰ ਠੀਕ ਕਰਦਾ ਹੈ, ਕੇਸ ਠੀਕ ਕਰਦਾ ਹੈ, ਕੱਪੜੇ ਠੀਕ ਕਰਦਾ। ਹੁਣ ਦੂਜੇ ਕਹਿੰਦੇ ਤੁਰ, ਹੁਣ ਤੂੰ ਤਿਆਰ ਸੋਹਣਾ ਲੱਗਦਾ। ਉਹ ਕਹਿੰਦੇ ਰੁਕੋ। ਜਦੋਂ ਕੋਈ ਨੂੰ ਤਸੱਲੀ ਜੀ ਹੋ ਜਾਂਦੀ, ਉਦੋਂ ਤੁਰ ਪੈਂਦਾ। ਆਪਣੇ ਆਪ ਨੂੰ ਉਹ ਖੁਦ ਵੇਖਦਾ ਹੈ ਤੇ ਖੁਦ ਜੱਜ ਕਰਦਾ ਹੈ। ਦੂਜੇ ਲੱਖ ਕਹੀ ਜਾਣ ਤੂੰ ਠੀਕ ਲੱਗਦਾ ਨਹੀਂ, ਉਹ ਜਿੰਨਾ ਚਿਰ ਆਪਣੇ ਆਪ ਨੂੰ ਵੇਖ ਕੇ ਖੁਦ ਫੈਸਲਾ ਨਹੀਂ ਕਰ ਲੈਂਦਾ ਵੀ ਹਾਂ ਠੀਕ ਹੈ। ਤੇ ਇਹਦੇ ਵਿੱਚ ਮਦਦ ਉਹਦੀ ਕੌਣ ਕਰਦਾ ਹੈ? ਸ਼ੀਸ਼ਾ, ਦਰਪਣ। ਇਸੇ ਤਰ੍ਹਾਂ ਸਤ ਸੰਗਤ, ਪਰਮੇਸ਼ਰ ਦਾ ਨਾਮ, ਗੁਰੂ ਦਾ ਸ਼ਬਦ, ਇਹੋ ਸ਼ੀਸ਼ਾ ਜਿਸ ਰਾਹੀਂ ਮਨੁੱਖ ਨੇ ਆਪਣੇ ਆਪ ਨੂੰ ਜਾਣਨ ਤੁਰਨਾ ਹੈ, ਵੇਖਣ ਤੁਰਨਾ ਹੈ, ਸਮਝਣ ਤੁਰਨਾ ਹੈ। ਜਿਉਂ-ਜਿਉਂ ਫਿਰ ਉਹ ਆਪਣੇ ਆਪ ਨੂੰ ਵੇਖਦਾ ਵੀ ਇੱਥੇ ਵੀ ਮੈਲ ਹੈ, ਇੱਥੇ ਮੈਨੂੰ ਆਪਣੇ ਆਪ ਨੂੰ ਸਵਾਰਨ ਦੀ ਲੋੜ ਹੈ, ਇੱਥੇ ਮੇਰੇ ਅੰਦਰ ਵਿਗਾੜ ਹੈ, ਇੱਥੇ ਮੇਰੇ ਅੰਦਰ ਮੁਸ਼ਕਲ ਹੈ, ਉਹ ਫਿਰ ਹੌਲੀ 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 ਆਪਣੇ ਆਪ ਨੂੰ ਠੀਕ ਕਰਦਾ, ਦਰੁਸਤ ਕਰਦਾ, ਸਹੀ ਕਰਦਾ। ਫਿਰ ਉਸ ਨੂੰ ਸਮਝ ਪੈਂਦੀ ਹੈ। ਫਿਰ ਭਗਤ ਰਵਿਦਾਸ ਜੀ ਮਹਾਰਾਜ ਦੇ ਸ਼ਬਦ ਮੁਤਾਬਕ, ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ, ਮੈਲੇ ਕਪਰੇ ਕਹਾਂ ਲਉ ਧੋਵੋ, ਆਵੇਗੀ ਨੀਂਦ ਕਹਾਂ ਲਗ ਸੋਵੋ। ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੈ ਬਨ ਜੁਠ ਹੀ ਗਈ ਹਾਟਿਓ। ਕਹਿ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਉਹ ਕਹਿੰਦੇ ਆਪਣੇ ਨਾਲ ਇੰਨੀ ਡੂੰਘੀ ਪਛਾਣ ਹੋ ਗਈ ਵੀ ਜੋ ਜੋ ਕੀਤਾ ਉਹਨੂੰ ਹੁਣ ਮੈਂ ਵੇਖ ਸਕਦਾ, ਜੋ ਜੋ ਮੈਂ ਇਕੱਠਾ ਕੀਤਾ ਉਹਦੀ ਮੈਂ ਪਰਖ ਕਰ ਸਕਦਾ।
ਹੁਣ ਮੈਂ ਇੰਨਾ ਕਾਬਿਲ ਹੋ ਗਿਆ ਵੀ ਸਹੀ ਨੂੰ ਮੈਂ ਰੱਖ ਰਿਹਾ ਅਤੇ ਗਲਤ ਨੂੰ ਮੈਂ ਪਛਾਣ ਕੇ ਬਾਹਰ ਸੁੱਟ ਰਿਹਾ ਵੀ ਇਹ ਕਚਰਾ ਹੈ, ਕੂੜਾ, ਇਹਨੂੰ ਸੁੱਟੋ, ਇਹਨੂੰ ਰੱਖਣ ਦੀ ਲੋੜ ਨਹੀਂ। ਨਹੀਂ ਤਾਂ ਜਦੋਂ ਮੈਨੂੰ ਪਰਖ ਨਹੀਂ ਸੀ, ਕਿੰਨੇ ਸਮੇਂ ਦਾ ਮੈਂ ਕਚਰਾ, ਕੂੜਾ, ਗੰਦਗੀ ਹੀ ਇਕੱਠੀ ਕਰੀ ਜਾ ਰਿਹਾ ਸਾਂ ਵੀ ਮੇਰੇ ਕੰਮ ਆਉਣੀ ਹੈ। ਕੱਚ ਹੀ ਇਕੱਠਾ ਕਰੀ ਜਾ ਰਿਹਾ ਸਾਂ ਵੀ ਹੀਰੇ ਨੇ, ਔਗਣ ਹੀ ਇਕੱਠੇ ਕਰੀ ਜਾ ਰਿਹਾ ਸਾਂ ਵੀ ਇਹਨਾਂ ਵਿੱਚੋਂ ਸੁੱਖ ਲਵਾਂਗੇ। ਪਰ ਜਦੋਂ ਖੁਦ ਨੂੰ ਪਛਾਣਨਾ ਸ਼ੁਰੂ ਕੀਤਾ, ਫਿਰ ਸਮਝ ਆਈ ਵੀ ਇਹ ਕੂੜਾ, ਇਹ ਗੰਦਗੀ, ਇਹ ਕੱਚ, ਇਹ ਫਾਲਤੂ ਚੀਜ਼ਾਂ, ਇਹ ਤਾਂ ਐਵੇਂ ਮੈਂ ਭਾਰ ਚੁੱਕਿਆ, ਤਾਂ ਬਾਹਰ ਸੁੱਟਣ ਦੇ ਲਾਇਕ ਨੇ, ਰੱਖਣ ਦੀਆਂ ਚੀਜ਼ਾਂ ਨਹੀਂ ਹਨ। ਸਤਿਗੁਰੂ ਜੀ ਇਹੀ ਜਾਚ ਇਸ ਮੁਬਾਰਕ ਸ਼ਬਦ ਵਿੱਚ ਸਿਖਾਉਂਦੇ ਨੇ। ਬੇਨਤੀ ਹੈ, ਅਰਦਾਸ ਹੈ, ਭਗਤ ਕਬੀਰ ਜੀ ਮਹਾਰਾਜ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਕਰਦੇ ਨੇ, ਸਾਨੂੰ ਜਾਚ ਸਿਖਾ ਰਹੇ ਨੇ। ਕਹਿੰਦੇ ਨੇ, ਰਾਖ ਲੇਹੋ ਹਮ ਤੇ ਬਿਗਰੀ। ਵਾਹਿਗੁਰੂ ਮੈਨੂੰ ਬਚਾ ਲਓ, ਕਿਰਪਾ ਕਰੋ, ਬਖਸ਼ੋ, ਰੱਖ ਲਓ। ਹਮ ਤੇ ਬਿਗਰੀ, ਸਾਡੇ ਕੋਲੋਂ ਵਿਗੜ ਗਈ ਹੈ, ਤੇਰੇ ਨਾਲ ਸਾਡੀ ਸਾਂਝ ਵਿਗੜ ਗਈ ਹੈ ਅਤੇ ਇਹ ਸਾਡੀ ਵਜ੍ਹਾ ਕਰਕੇ ਹੋਇਆ। ਤੇਰੇ ਨਾਲ ਸਾਡਾ ਰਿਲੇਸ਼ਨ ਸਹੀ ਨਹੀਂ ਰਿਹਾ ਅਤੇ ਇਹ ਵਿਗਾੜ ਮੇਰੀ ਵਜ੍ਹਾ ਕਰਕੇ, ਹਮ ਤੇ ਸਾਡੇ ਕੋਲੋਂ ਹੋਇਆ। ਅਸੀਂ ਦੋਸ਼ੀ ਹਾਂ, ਅਸੀਂ ਗੁਨਾਹਗਾਰ ਹਾਂ। ਸਾਂਝ ਨਾ ਬਣਾ ਕੇ ਰੱਖਣ ਦਾ, ਸਾਂਝ ਤੋੜ ਲੈਣ ਦਾ ਔਗਣ ਸਾਡੀ ਵਜ੍ਹਾ ਕਰਕੇ ਹੋਇਆ। ਇਹ ਫਾਲਟ ਸਾਡਾ ਹੈ, ਇਹ ਮਿਸਟੇਕ ਸਾਡੀ ਹੈ। ਰਾਖ ਲੇਹੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ। ਸੀਲ ਦਾ ਅਰਥ ਹੁੰਦਾ ਹੈ ਜੀ ਚੰਗਾ ਸੁਭਾਅ, ਨਿਰਛਲ ਨਿਸ਼ਕਪਟ ਸੁਭਾਅ ਰੱਖਣਾ, ਉੱਤਮ ਵਿਹਾਰ ਕਰਨਾ, ਭਲੇ ਦੀ ਕਾਮਨਾ ਰੱਖ ਕੇ ਵਿਹਾਰ ਕਰਨਾ। ਜਿਹੜੀ ਵੱਡੀ ਗੱਲ ਹੈ, ਭਲੇ ਦੀ ਕਾਮਨਾ ਰੱਖ ਕੇ ਦੂਜੇ ਨਾਲ ਵਿਹਾਰ ਕਰਨਾ, ਉਹਨੂੰ ਆਪਾਂ ਸੁਭਾਅ ਕਹਿੰਦੇ ਹਾਂ। ਜੋ ਸੁਭਾਅ 'ਚ ਉਵੇਂ ਵਿਹਾਰ ਕਰਾਂਗੇ ਨਾ, ਉਹ ਸੁਭਾਅ ਜਿਸ ਵਿੱਚ ਭਲਾਈ ਹੈ, ਸਾਦਗੀ ਹੈ, ਨਿਮਰਤਾ ਹੈ, ਧੀਰਜ ਹੈ, ਟਿਕਾ ਹੈ, ਪ੍ਰੇਮ ਹੈ, ਪਰਉਪਕਾਰ ਹੈ, ਐਸੇ ਸੁਭਾਅ ਨੂੰ ਹੀ ਸੀਲ ਕਿਹਾ ਗਿਆ। ਕਹਿੰਦੇ ਨੇ ਅਜਿਹਾ ਸੁਭਾਅ ਮੈਂ ਨਹੀਂ ਰੱਖਿਆ, ਕਮਾਇਆ ਨਹੀਂ। ਸੁਭਾਅ ਕਮਾਉਣਾ ਪੈਂਦਾ ਬੇਸਿਕਲੀ। ਜਿਹੋ ਜਿਹਾ ਅਸੀਂ ਸੁਭਾਅ ਬਣਾਉਣਾ ਹੈ ਅਤੇ ਫਿਰ ਉਹੋ ਜਿਹੇ ਸੁਭਾਅ ਮੁਤਾਬਕ ਵਿਹਾਰ ਕਰਨਾ ਹੈ। ਉਹ ਸੁਭਾਅ ਕਮਾਉਣ ਵਾਸਤੇ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ। ਨਿਮਰਤਾ ਕੋਈ ਘੜੀ ਦੀ ਖੇਡ ਨਹੀਂ ਵੀ ਤੁਸੀਂ ਇੱਕ ਸਕਿੰਟ ਵਿੱਚ ਨਿਮਰਤਾ ਕਮਾ ਲਓਗੇ, ਨਹੀਂ। ਇਹ ਤੁਹਾਨੂੰ ਇਹਦੀ ਪ੍ਰੈਕਟਿਸ ਬਾਰ-ਬਾਰ ਕਰਕੇ ਤੁਸੀਂ ਇਹੋ ਜਿਹੇ ਬਣੋਗੇ। ਧੀਰਜ ਕਮਾਉਣਾ ਪੈਂਦਾ ਹੈ। ਇਹ ਚੀਜ਼ਾਂ ਦੀ ਹੌਲੀ ਹੌਲੀ ਪ੍ਰੈਕਟਿਸ ਕੀਤਿਆਂ ਹੀ ਇਹ ਸੁਭਾਅ ਦਾ ਅੰਗ ਬਣਦੀਆਂ ਨੇ, ਅਤੇ ਜਦੋਂ ਸੁਭਾਅ ਬਣ ਜਾਏ ਫਿਰ ਵਿਹਾਰ ਆਪਣੇ ਆਪ ਹੀ ਪਾਕ ਪਵਿੱਤਰ ਹੋ ਜਾਂਦਾ। ਫਿਰ ਬੰਦਾ ਵੇਖ ਕੇ ਵਿਹਾਰ ਨਹੀਂ ਹੁੰਦਾ, ਫਿਰ ਅਸੀਂ ਜਿਹੋ ਜਿਹੇ ਹਾਂ ਉਹੋ ਜਿਹੇ ਹੀ ਰਹਿੰਦੇ ਹਾਂ। ਸੀਲ ਧਰਮ, ਧਰਮ ਦਾ ਅਰਥ ਕੀ ਹੈ? ਫਰਜ਼ਾਂ ਦੀ ਪੂਰਤੀ। ਜੋ ਮੇਰਾ ਫਰਜ਼ ਹੈ, ਜੋ ਮੇਰੀ ਡਿਊਟੀ ਜਿਸ ਜਗ੍ਹਾ 'ਤੇ ਜਿਹੋ ਜਿਹੀ ਬਣਦੀ ਹੈ, ਉਹੋ ਜਿਹੀ ਮੈਂ ਇਮਾਨਦਾਰੀ ਨਾਲ ਜਦੋਂ ਨਿਭਾਉਣਾ ਤਾਂ ਮੈਂ ਆਪਣਾ ਧਰਮ ਪਾਲਦਾ। ਮਨੁੱਖਾ ਜੀਵਨ ਦੇ ਜੋ ਫਰਜ਼ ਨੇ, ਮਨੁੱਖ ਬਣ ਕੇ ਵਿਚਰਨਾ। ਇਨਸਾਨ ਹਾਂ, ਇਨਸਾਨ ਬਣੇ ਰਹਿਣ ਵਾਸਤੇ ਸਟਰਗਲ ਕਰਨਾ, ਯਤਨ ਕਰਨਾ, ਕੋਸ਼ਿਸ਼ ਕਰਨੀ ਵੀ ਇਨਸਾਨ ਬਣਿਆ ਰਹਾਂ। ਕਿਉਂਕਿ ਬੰਦਾ ਜਿਸ ਪੋਜੀਸ਼ਨ 'ਤੇ ਪਹੁੰਚਦਾ ਹੈ ਨਾ, ਪੋਜੀਸ਼ਨ ਮਿਲ ਜਾਣੀ ਕਾਫੀ ਨਹੀਂ ਹੁੰਦਾ। ਉਸ ਪੋਜੀਸ਼ਨ 'ਤੇ ਬਹਿ ਕੇ, ਪਹੁੰਚ ਕੇ, ਉਹਦੇ ਮਿਆਰ ਮੁਤਾਬਕ ਆਪਣੇ ਆਪ ਨੂੰ ਤਿਆਰ ਰੱਖਣਾ, ਮੇਨਟੇਨ ਰੱਖਣਾ ਵੀ ਬੜਾ ਲਾਜ਼ਮੀ ਹੁੰਦਾ। ਕਈ ਵਾਰ ਹੁੰਦਾ ਹੈ ਬੰਦੇ ਨੂੰ ਪਦਵੀ ਮਿਲ ਜਾਂਦੀ ਹੈ, ਸ਼ੋਹਰਤ ਮਿਲ ਜਾਂਦੀ ਹੈ, ਪਰ ਵਿਹਾਰ ਉਹਦਾ ਨਿਰਾਸ਼ਤਾ ਵਾਲਾ ਹੁੰਦਾ, ਨਿਰਾਸ਼ ਕਰਦਾ ਉਹ ਦੂਜਿਆਂ ਨੂੰ, ਕਿਉਂਕਿ ਉਹਨੇ ਮੇਨਟੇਨ ਨਹੀਂ ਕੀਤਾ ਆਪਣੇ ਆਪ ਨੂੰ, ਤਿਆਰ ਨਹੀਂ ਕੀਤਾ ਆਪਣੇ ਆਪ ਨੂੰ। ਹੁਣ ਕੋਈ ਐਸਾ ਰਾਜਾ ਬਣ ਜਾਏ ਜਿਸ ਰਾਜੇ ਦੇ ਅੰਦਰ ਆਪਣੇ ਫਰਜ਼ ਪੂਰੇ ਕਰਨ ਦੀ ਸਮਰੱਥਾ ਹੀ ਨਹੀਂ, ਤੇ ਉਹ ਤਾਂ ਪ੍ਰਜਾ ਦਾ ਨੁਕਸਾਨ ਹੀ ਕਰੇਗਾ ਨਾ।
ਉਹਨਾਂ ਲਈ ਭਾਈ ਗੁਰਦਾਸ ਜੀ ਲਿਖਦੇ ਰਾਜੇ ਪਾਪ ਕਮਾਉਂਦੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਪੋਜੀਸ਼ਨ ਕੀ ਹੈ, ਅਸੀਂ ਕਿੱਥੇ ਬੈਠੇ ਹਾਂ, ਸਾਡਾ ਫਰਜ਼ ਕੀ ਹੈ। ਤੋ ਉਹ ਧਰਮ ਦਾ ਅਰਥ ਕੀ ਹੈ? ਮਨੁੱਖ ਹਾਂ ਤੇ ਮਨੁੱਖ ਬਣੇ ਰਹਿਣ ਵਾਸਤੇ ਸਟਰਗਲ ਕਰਨਾ, ਸੰਘਰਸ਼ ਕਰਨਾ, ਗੈਰ ਮਨੁੱਖੀ ਸੁਭਾਅ ਤੇ ਕਰਮਾਂ ਦੇ ਵਿਰੁੱਧ ਵਿੱਚ ਖਲੋਣਾ ਤੇ ਮਨੁੱਖੀ ਸੁਭਾਅ ਦੀ ਪਾਲਣਾ ਕਰਨ ਵਾਸਤੇ ਤਿਆਰ ਬਰ ਤਿਆਰ ਰਹਿਣਾ, ਇਹ ਧਰਮ ਹੈ। ਜਪ, ਪਰਮੇਸ਼ਰ ਦਾ ਨਾਮ, ਵਾਹਿਗੁਰੂ ਦੇ ਗੁਣ ਦ੍ਰਿੜ ਕਰਨੇ, ਭਗਤ, ਇਬਾਦਤ ਕਰਨੀ, ਬੰਦਗੀ ਕਰਨੀ। ਕਹਿੰਦੇ ਸੀਲ ਧਰਮ ਜਪ ਭਗਤ ਨਾ ਕੀਨੀ, ਮੈਂ ਇਹ ਸਾਰਾ ਕੁਝ ਨਹੀਂ ਕੀਤਾ। ਹਉ ਅਭਿਮਾਨ ਟੇਢ ਪਗਰੀ, ਇੱਕ ਵੀ ਇਹਨਾਂ ਵਿੱਚੋਂ ਚੰਗਾ ਗੁਣ ਨਹੀਂ ਕਮਾਇਆ ਤੇ ਫਿਰ ਵੀ ਅਭਿਮਾਨ ਵਿੱਚ, ਅਹੰਕਾਰ ਦੇ ਵਿੱਚ, ਈਗੋ ਵਿੱਚ, ਹਉਮੈ ਵਿੱਚ ਟੇਢ ਪਗਰੀ, ਉਲਟਾ ਰਸਤਾ ਹੀ ਫੜੀ ਰੱਖਿਆ ਹਮੇਸ਼ਾ। ਕਿਹੜੀ ਚੀਜ਼ ਤੋਂ ਉਲਟਾ ਰਸਤਾ? ਧਰਮ ਤੋਂ ਉਲਟਾ, ਸੀਲ ਚੰਗੇ ਸੁਭਾਅ ਤੋਂ ਉਲਟਾ, ਜਪ ਭਗਤੀ ਤੋਂ ਉਲਟਾ, ਬੰਦਗੀ ਤੋਂ ਉਲਟਾ, ਗੁਣ ਗ੍ਰਹਿਣ ਕਰਨ ਤੋਂ ਉਲਟਾ ਰਸਤਾ, ਪੁੱਠਾ ਰਸਤਾ ਫੜੀ ਰੱਖਿਆ, ਉਹਨੂੰ ਮੈਂ ਛੱਡਿਆ ਹੀ ਨਹੀਂ। ਤੇ ਜਿਹੜੇ ਕਮਾਉਣ ਵਾਲੇ ਗੁਣ, ਜੋ ਜਿਸ ਤਰ੍ਹਾਂ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਸੀ, ਜਿਸ ਤਰ੍ਹਾਂ ਆਪਣੇ ਆਪ ਨੂੰ ਸਵਾਰਨਾ ਚਾਹੀਦਾ ਸੀ, ਉਹ ਕੀਤਾ ਨਹੀਂ। ਮਾੜੇ ਅਮਲਾਂ ਵਾਲਾ, ਗੁਨਾਹਾਂ ਵਾਲਾ ਰਸਤਾ ਮੈਂ ਫੜੀ ਰੱਖਿਆ, ਉਹਨੂੰ ਛੱਡਿਆ ਨਹੀਂ। ਫਿਰ ਕਹਿੰਦੇ ਅਮਰ ਜਾਨ ਸੰਚੀਏ ਕਾਇਆ। ਅਮਰ ਦਾ ਅਰਥ ਹੁੰਦਾ ਹੈ ਜਿਹੜੀ ਮਰੇ ਨਾ। ਜਾਣ ਕੇ, ਇਹ ਜਾਣ ਕੇ, ਸੰਚੀ ਦਾ ਮਤਲਬ ਹੁੰਦਾ ਹੈ ਸਵਾਰੀ। ਮੈਂ ਇਸ ਦੇਹ ਨੂੰ ਇਵੇਂ ਸਵਾਰਦਾ ਰਿਹਾ ਵੀ ਜਿਵੇਂ ਇਹਨੇ ਮਰਨਾ ਹੀ ਨਹੀਂ। ਸਵਾਰਨਾ ਤੇ ਹਰ ਮਨੁੱਖ ਦਾ ਹੀ ਫਰਜ਼ ਬਣਦਾ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਪਰ ਇੱਥੇ ਸਵਾਰਨ ਤੋਂ ਭਾਵ ਹੈ ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀਏ, ਜੇ ਚੱਲਦਿਆਂ ਨਾਲ ਨਾ ਜਾਏ। ਦੂਜੇ ਨੂੰ ਲੁੱਟਣਾ, ਕੁੱਟਣਾ, ਬੁਰਾ ਕਰਨਾ, ਮੰਦਾ ਕਰਨਾ ਤੇ ਉਹਦੇ ਵਿੱਚੋਂ ਆਪਣਾ ਫਾਇਦਾ ਕੱਢਣਾ, ਆਪਣੀ ਦੇਹੀ ਦੇ ਸੁੱਖ ਵਾਸਤੇ ਦੂਜੇ ਨੂੰ ਤਕਲੀਫ ਦੇ ਦੇਣੀ, ਇਹਨੂੰ ਚੰਗਾ ਦੇਣ ਵਾਸਤੇ ਦੂਜੇ ਦੀ ਕਮਾਈ, ਦੂਜੇ ਦੀ ਕਿਰਤ ਹੜੱਪਣੀ, ਦੂਜੇ ਦਾ ਹੱਕ ਮਾਰਨਾ, ਦੂਜੇ ਦਾ ਬੁਰਾ ਲੋਚਣਾ ਵੀ ਮੇਰੀ ਦੇਹੀ ਨੂੰ ਸਾਰਾ ਕੁਝ ਮਿਲ ਜਾਏ, ਬਾਕੀ ਭਾਵੇਂ ਰਹਿ ਜਾਣ। ਤੇ ਭੁਲੇਖਾ ਇਸ ਵੀ ਮੈਂ ਤੇ ਜੀਣਾ, ਮੈਨੂੰ ਕਿਹੜੀ ਮੌਤ ਆਉਣ ਲੱਗੀ ਹੈ, ਮੇਰਾ ਤੇ ਸਰੀਰ ਸਦਾ ਥਿਰ ਹੈ, ਮੈਨੂੰ ਮੌਤ ਚੇਤੇ ਹੀ ਨਹੀਂ। ਭਗਤ ਜੀ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਸਰੀਰ ਨੂੰ ਸਦਾ ਰਹਿਣ ਵਾਲਾ ਮੰਨ ਕੇ, ਸਰੀਰ ਦੀ ਪਾਲਣਾ ਵਾਸਤੇ ਮਨੁੱਖ ਨੇ ਹਰ ਗੁਨਾਹ ਤੇ ਪਾਪ ਉਪੱਦਰ ਕੀਤਾ, ਮੰਦਾ ਕਰਮ ਕੀਤਾ, ਅਮਰ ਜਾਨ ਸੰਚੀਏ ਕਾਇਆ। ਇਹ ਮਿਥਿਆ ਕਾਚੀ ਗਗਰੀ, ਕਦੇ ਵੀ ਇਹ ਖਿਆਲ ਨਹੀਂ ਲਿਆਂਦਾ ਮਨ ਵਿੱਚ ਵੀ ਇਹ ਤਾਂ ਮਿਥਿਆ ਨਾਸ਼ਵੰਤ ਹੈ, ਟੁੱਟ ਜਾਣ ਵਾਲੀ ਕੱਚੀ ਝੱਜਰ ਹੈ, ਕੱਚਾ ਭਾਂਡਾ ਹੈ, ਕੱਚਾ ਘੜਾ ਹੈ। ਇਹਦੀ ਸਮਰੱਥਾ ਮਿੱਟੀ ਦੇ ਭਾਂਡੇ ਜਿੰਨੀ ਹੈ ਬਸ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ। ਇਹਦੀ ਸਮਰੱਥਾ ਇਹ ਸੀ, ਪਾਇਆ ਇਹਦੀ ਇਹ ਸੀ, ਮੈਂ ਇਹਨੂੰ ਅਮਰ ਜਾਣ ਕੇ, ਸਦਾ ਰਹਿਣ ਵਾਲੀ ਜਾਣ ਕੇ ਗੁਨਾਹ ਕਰਕੇ ਪਾਲਦਾ ਰਿਹਾ। ਫਿਰ ਫਰਮਾਉਂਦੇ ਹਨ ਜਿਨਹਿ ਨਿਵਾਜ ਸਾਜ ਹਮ ਕੀਏ, ਜਿਸ ਮਾਲਕ ਨੇ ਸਾਨੂੰ ਸਾਜਿਆ ਬਣਾਇਆ, ਸਾਡੇ ਜੀਵਨ ਦੀ, ਸਰੀਰ ਦੀ ਘਾੜਤ ਘੜੀ, ਪੰਜਾਂ ਤੱਤਾਂ ਦਾ ਪੁਤਲਾ ਬਣਾਇਆ, ਇਹਦੇ ਵਿੱਚ ਜਿੰਦ ਜਾਨ ਪਾਈ, ਇਨਸਾਨ ਦਾ ਖੂਬਸੂਰਤ ਔਰ ਬੇਸ਼ਕੀਮਤੀ ਜੀਵਨ ਦਿੱਤਾ, ਸੁਰਤ ਸੋਝੀ ਦੇ ਕੇ ਇਹਨੂੰ ਨਿਵਾਜਿਆ। ਸਾਜਣਾ ਤੇ ਨਿਵਾਜਣਾ, ਹਾਲਾਂਕਿ ਨਿਵਾਜ ਸ਼ਬਦ ਪਹਿਲੋਂ ਕਾਵ ਦੇ ਵਿੱਚ ਸ਼ਬਦਾਂ ਦੀ ਅੱਗੇ ਪਿੱਛੇ ਬਣਤਰ ਹੋ ਜਾਂਦੀ ਹੈ, ਕਿਉਂਕਿ ਕਵਿਤਾ ਵਿੱਚ ਕਾਵ ਦਾ ਮਾਪ ਤੋਲ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਜਿਨ੍ਹੇ ਨਿਵਾਜ ਸਾਜ ਹਮ ਕੀਏ, ਜਿਸ ਨੇ ਸਾਨੂੰ ਸਾਜਿਆ, ਬਣਾਇਆ, ਘੜਿਆ ਤੇ ਫਿਰ ਸਵਾਰਨ ਤੋਂ ਬਾਅਦ ਉਹਨੇ ਨਿਵਾਜਿਆ, ਬਖਸ਼ਿਸ਼ ਕੀਤੀ ਵੀ ਇਹਨੂੰ ਸੁਰਤ ਸੋਝੀ ਨਾਲ ਲੈਸ ਕੀਤਾ ਮਿੱਟੀ ਦੇ ਪੁਤਲੇ ਨੂੰ। ਖਾਕ ਨੂਰ ਕਰ ਦੰਗ ਆਲਮ ਦੁਨੀਆ, ਇਸ ਮਿੱਟੀ ਦੇ ਪੁਤਲੇ 'ਚ ਉਹਨੇ ਨੂਰ ਪਾਇਆ,
ਦੇਖ ਰਿਹਾ ਹੈ, ਸੁਣ ਰਿਹਾ ਹੈ, ਬੋਲ ਰਿਹਾ ਹੈ, ਸੋਚ ਰਿਹਾ ਹੈ, ਖਿਆਲਾਂ ਦੀਆਂ ਉਡਾਰੀਆਂ ਭਰੀਆਂ, ਕਿੰਨਾ ਕੁਝ ਇਹਦੇ ਅੰਦਰ ਫਿੱਟ ਕੀਤਾ। ਜੀਵਨ ਇਕੱਲਾ ਸਰੀਰ 'ਤੇ ਨਹੀਂ ਨਾ, ਇਹਦੇ ਨਾਲ ਜੋ ਬੌਧਿਕ ਤਾਕਤ ਦਿੱਤੀ, ਜੋ ਸੁਰਤ ਦਿੱਤੀ, ਜੋ ਮਨ ਦਿੱਤਾ, ਕਿੱਡੀ ਵੱਡੀ ਪਾਵਰ ਮਨੁੱਖ ਦੇ ਹਵਾਲੇ ਕੀਤੀ ਇਸ ਪੰਜ ਤੱਤ ਦੇ ਪੁਤਲੇ ਅੰਦਰ। ਜਰਾ ਸੋਚ ਕੇ ਵੇਖੀਏ, ਮਨ ਬੇਚੈਨ ਹੋ ਜਾਏ ਕਿਸੇ ਕਾਰਨ, ਸਰੀਰ 'ਤੇ ਕਿੱਡਾ ਵੱਡਾ ਇਫੈਕਟ ਪੈਂਦਾ ਹੈ। ਮਨ ਨਿਰਾਸ਼ ਹੋ ਜਾਏ ਤੇ ਬੰਦਾ ਢੇਰੀ ਢਾਹ ਕੇ ਬਹਿ ਜਾਂਦਾ ਹੈ। ਮਨ ਉਤਸ਼ਾਹ ਵਿੱਚ ਹੋਵੇ ਤੇ ਮਨੁੱਖ ਹਵਾਵਾਂ ਦੀ ਸੈਰ ਕਰਦਾ ਹੈ। ਖਿਆਲਾਂ ਦੀ ਪ੍ਰਵਾਜ਼ ਕਿੰਨੀ ਉੱਚੀ ਹੈ। ਥਿੰਕਿੰਗ, ਖਿਆਲ ਸ਼ਕਤੀ, ਕਿੱਡੀ ਵੱਡੀ ਸ਼ਕਤੀ ਇਹਦੇ ਅੰਦਰ, ਸਰੀਰ ਦੇ ਅੰਦਰ ਪਰਮੇਸ਼ਰ ਨੇ ਪਾਈ ਹੈ। ਮਹਾਰਾਜ ਕਹਿੰਦੇ, ਜਿਨੈ ਨਿਵਾਜ ਸਾਜ ਹਮ ਕੀਏ, ਤਿਸੈ ਵਿਸਾਰ ਅਵਰ ਲਗਰੀ। ਐਸੇ ਮਾਲਕ ਨੂੰ ਵਿਸਾਰ ਕੇ, ਭੁਲਾ ਕੇ, ਛੱਡ ਕੇ, ਅਵਰ ਲਗਰੀ ਦਾ ਮਤਲਬ ਉਸ ਮਾਲਕ ਤੋਂ ਬਿਨਾਂ ਮੈਂ ਹੋਰ ਰਾਹ ਤੇ ਹੋਰਨਾਂ ਚੀਜ਼ਾਂ ਨਾਲ ਜੁੜ ਗਈ। ਉਸ ਸਿਰਜਣਹਾਰ ਦਾ, ਸਮਰੱਥਾਵਾਨ ਦਾ, ਨਿਵਾਜਣ ਵਾਲੇ ਦਾ ਖਿਆਲ ਵੀ ਨਹੀਂ ਤੇ ਹੋਰ ਹੀ ਖੁਦਾ ਘੜ ਲੈ, ਰੱਬ ਘੜ ਲੈ, ਬੰਦਾ ਪਰਵਰ ਹੋ ਗਿਆ, ਬੰਦੇ ਦੀ ਪੂਜਾ ਕਰਨ ਲੱਗ ਪਿਆ, ਹੋਰ ਚੀਜ਼ਾਂ ਦੀ ਪੂਜਾ ਹੋਣ ਲੱਗ ਪਈ, ਕੁਰਾਏ ਪੈ ਗਿਆ, ਦੁਚਿੱਤੀ ਵਿੱਚ, ਦੁਬਿਧਾ ਵਿੱਚ, ਮਨਮੁਖਤਾਈ ਦਾ ਰਾਹ ਫੜ ਲਿਆ। ਸੰਦਿਕ ਤੋਹੇ ਸਾਧ ਨਹੀਂ ਕਹੀਓ। ਸੰਦਿਕ ਸ਼ਬਦ ਦਾ ਅਰਥ ਹੁੰਦਾ ਚੋਰ। ਇਹ ਮਾਲਕ, ਅਸੀਂ ਤਾਂ ਤੇਰੇ ਚੋਰ ਹਾਂ। ਸੰਦਿਕ ਤੋਹੇ, ਸੱਚਾਈ ਇਹ ਹੈ ਵੀ ਅਸੀਂ ਤੇਰੇ ਚੋਰ ਹਾਂ, ਤੇਰੀਆਂ ਚੀਜ਼ਾਂ ਵੀ ਲੈਂਦੇ ਆ ਤੇ ਮੁੱਕਰਦੇ। ਚੋਰ ਕਿਹਨੂੰ ਕਿਹਾ ਜਾਂਦਾ ਹੈ? ਚੀਜ਼ ਚੁੱਕ ਲਵੇ ਪਿੱਠ ਪਿੱਛੇ, ਵੀ ਤੁਹਾਡਾ ਧਿਆਨ ਨਹੀਂ ਪੈਣਾ ਚਾਹੀਦਾ ਵੀ ਮੈਂ ਤੁਹਾਡੀ ਚੀਜ਼ ਲੈ ਕੇ ਜਾ ਰਿਹਾ। ਜੇ ਤੁਹਾਨੂੰ ਸ਼ੱਕ ਪਵੇ, ਪੁੱਛੋ ਤੂੰ ਲੈ ਕੇ ਗਿਆ? ਉਹ ਕਹੇਗਾ ਨਾ, ਮੈਂ ਤਾਂ ਇੱਥੇ ਹੀ ਨਹੀਂ ਸੀ। ਅੱਛਾ, ਚੀਜ਼ ਵੀ ਉਹ ਵਰਤ ਰਿਹਾ, ਲੈ ਰਿਹਾ ਤੇ ਮੁਨਕਰ ਵੀ ਹੋ ਰਿਹਾ। ਪਰਮੇਸ਼ਰ ਵਾਹਿਗੁਰੂ ਦੀ ਦਾਤ ਵਰਤ ਵੀ ਰਿਹਾ ਤੇ ਉਹਦੀ ਹੋਂਦ ਤੋਂ ਮੁਨਕਰ ਵੀ ਹੈ। ਕਹਿੰਦਾ ਕੌਣ? ਪਰਮੇਸ਼ਰ। ਕਹਿੰਦਾ ਮੈਂ ਹੀ ਸਭ ਕੁਝ ਹਾਂ, ਮੈਂ ਬਣਾਇਆ, ਮੈਂ ਕਰਦਾ, ਮੇਰੇ 'ਚ ਪਾਵਰ ਹੈ, ਚੰਗਾ ਮੇਰੇ ਕਰਕੇ ਹੋ ਰਿਹਾ। ਉਸ ਦਾ ਨਾਮ ਹੀ ਨਹੀਂ। ਸੰਦਕ ਤੋਏ, ਤੇਰੇ ਦਰ ਦੇ ਚੋਰ ਹਾਂ ਅਸੀਂ, ਸਾਧ ਨਹੀਂ ਕਹੀਓ, ਸਾਨੂੰ ਭਲੇ ਨਾ ਆਖੋ। ਭਲੇ ਨਹੀਂ ਕਹੇ ਜਾ ਸਕਦੇ। ਆ ਉੱਪਰਲੀਆਂ ਸਾਰੀਆਂ ਜੋ ਪੰਕਤੀਆਂ ਨੇ, ਭਗਤ ਕਬੀਰ ਜੀ ਕਹਿੰਦੇ ਜੇ ਇਹ ਸਾਰਾ ਕੁਝ ਅਸੀਂ ਜੀ ਰਹੇ ਹਾਂ, ਕਰ ਰਹੇ ਹਾਂ, ਤਾਂ ਅਸੀਂ ਚੋਰ ਮੰਨੇ ਜਾਵਾਂਗੇ, ਮਾਲਕ ਦੇ ਦਰ ਦੇ ਭਲੇ ਪੁਰਖ ਨਹੀਂ ਮੰਨੇ ਜਾਵਾਂਗੇ। ਸੰਦਕ ਤੋਏ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਕਬੀਰ ਜੀ ਮਹਾਰਾਜ ਕਹਿੰਦੇ ਇਹ ਸੋਚ ਆਈ, ਇਹ ਮਨ ਵਿੱਚ ਵਿਚਾਰ ਆਇਆ ਵੀ ਅਸੀਂ ਤਾਂ ਤੇਰੇ ਦਰ ਦੇ ਚੋਰ ਹਾਂ, ਭਲੇ ਨਹੀਂ ਹਾਂ। ਭਲੇ ਬਣਨ ਦਾ ਉਦਮ, ਪੁਰਸ਼ਾਰਥ, ਯਤਨ ਕਰਨਾ ਚਾਹੀਦਾ। ਇਸ ਕਰਕੇ ਮੈਂ ਤੇਰੀ ਸ਼ਰਨ ਪੈ ਗਿਆ, ਤੇਰੇ ਕਦਮੀ ਲੱਗਾ, ਤੇਰੀ ਸ਼ਰਨ ਵਿੱਚ ਹਾਂ, ਤੇਰੇ ਦਰ ਉੱਤੇ ਆ ਢੱਠਾ ਹਾਂ। ਕਹਿ ਕਬੀਰ ਇਹ ਬਿਨਤੀ ਸੁਣਿਓ। ਹੇ ਕਬੀਰ ਆਖ, ਇਹ ਪਰਮੇਸ਼ਰ ਨੂੰ ਕਹਿ, ਅਰਦਾਸ ਕਰ, ਹੇ ਮਾਲਕ ਜੀ, ਹੇ ਪ੍ਰਭੂ, ਮੇਰੀ ਇਹ ਬੇਨਤੀ ਸੁਣੋ, ਮੇਰੀ ਗੁਜ਼ਾਰਿਸ਼ ਸੁਣੋ, ਅਰਦਾਸ ਸੁਣੋ, ਤਰਲਾ ਸੁਣੋ, ਜੋਦੜੀ ਸੁਣੋ। ਮਤ ਕਾਲੋ ਜਮ ਕੀ ਖਬਰੀ। ਖਬਰੀ ਦਾ ਅਰਥ ਹੈ ਜੀ ਸੋਏ, ਸੁਣਿਆ। ਜਮਾਂ ਦੀ ਮੈਨੂੰ ਖਬਰ ਨਾ ਕਲੋ, ਭਾਵ ਆਤਮਕ ਮੌਤ ਦੇ ਮੈਂ ਵਸ ਨਾ ਪੈ ਜਾਵਾਂ, ਐਸੀ ਕਿਰਪਾ ਮੇਰੇ ਉੱਤੇ ਕਰੋ। ਆਤਮਕ ਮੌਤ ਦਾ ਸੁਨੇਹਾ ਵੀ ਮੇਰੇ ਹਿਰਦੇ 'ਚ ਨਾ ਪਹੁੰਚੇ, ਮੇਰੀ ਆਤਮਾ ਨੂੰ ਨਾ ਪਹੁੰਚੇ। ਅੰਦਰ ਦਾ ਜੀਵਨ ਬਖਸ਼ੋ। ਸੀਲ, ਧਰਮ, ਜਪ ਤੇ ਭਗਤੀ ਦੀ ਦਾਤ ਬਖਸ਼ੋ। ਮੌਤ ਵਰਗੀ ਅਟਲ ਸੱਚਾਈ ਚੇਤੇ ਵਿੱਚ ਰਹੇ, ਮੈਂ ਭਲਾ ਪੁਰਖ ਬਣਾ, ਮੇਰਾ ਵਿਗੜਿਆ ਹੋਇਆ ਜੀਵਨ ਸਵਰ ਜਾਏ, ਉੱਤਮ ਹੋ ਜਾਏ। ਇਹ ਮੇਰੀ ਬਿਨੈ ਹੈ, ਮੇਰੀ ਅਰਦਾਸ ਹੈ। ਮਹਾਰਾਜ ਕਿਰਪਾ ਕਰਨ। ਭਗਤ ਜੀ ਮਹਾਰਾਜ ਦਾ ਇਹ ਉਪਦੇਸ਼, ਜੋ ਅਰਦਾਸ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਸਮਰਪਣ ਭਾਵ ਵਿੱਚ ਉਹਨਾਂ ਨੇ ਸਾਨੂੰ ਕਰਨੀ ਸਿਖਾਈ ਹੈ,
ਸਾਡੇ ਮਨ ਉੱਤੇ ਇਸ ਦਾ ਅਸਰ ਤੇ ਪ੍ਰਭਾਵ ਬਣੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਾਰੀ ਸੰਗਤ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ